ਅੱਜ ਦੀ ਸਵੇਰ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸ਼ਖਸ ਡੀਈਓ ਨੂੰ ਹਾਰ ਪਾ ਰਿਹਾ, ਪਰ ਉਹ ਹਾਰ ਜੋ ਨੇ ਜੁੱਤੀਆਂ ਦੇ ਹਾਰ ਨੇ, ਫੁੱਲਾਂ ਦੇ ਹਾਰ ਨਹੀਂ ਹੈ। ਪਹਿਲਾਂ ਫੁੱਲਾਂ ਦੇ ਹਾਰ ਪਾਏ ਜਾਂਦੇ ਆ, ਉਸ ਤੋਂ ਬਾਅਦ ਜੁੱਤੀਆਂ ਦੇ ਹਾਰ ਪਾਏ ਜਾਂਦੇ ਆ। ਤੇ ਉਹ ਸ਼ਖਸ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ। ਇਹਨਾਂ ਦਾ ਨਾਮ ਰਜਿੰਦਰ ਗਈ ਹੈ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਵੀ ਨੇ। ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ। ਰਜਿੰਦਰ ਜੀ, ਕੀ ਲੋੜ ਪੈ ਗਈ ਸੀ ਤੁਹਾਨੂੰ? ਅੱਜ ਲੋਕੀ ਹਾਰ ਪਾਉਂਦੇ ਨੇ, ਫੁੱਲਾਂ ਦੇ ਹਾਰ ਪਾਉਂਦੇ, ਤੁਸੀਂ ਜਾ ਕੇ ਅੱਜ ਡੀਓ ਸਾਹਿਬ ਨੂੰ ਸਿੱਧਾ ਜੁੱਤੀਆਂ ਦੇ ਹਾਰ ਪਾਤੇ। ਸਰ, ਇੱਕ ਤਾਂ ਪਹਿਲਾਂ ਮੈਂ ਗੱਲ ਕਵਾਂਗਾ ਕਿ ਅੱਜ ਜੋ ਕੀਤਾ ਅਸੀਂ ਸਾਨੂੰ ਮਜਬੂਰੀ ਵੰਸ਼ ਕਰਨਾ ਪੈ ਗਿਆ। ਮਜਬੂਰੀ ਕਿਸ ਚੀਜ਼ ਦੀ ਸੀ? ਮਜਬੂਰੀ ਇਸ ਚੀਜ਼ ਦੀ ਸੀ ਕਿ ਸਾਡੇ ਕੋਲ 10 ਸਾਲ ਦੀ ਬੱਚੀ, 12 ਸਾਲ ਦੀ ਬੱਚੀਆਂ ਦਾ ਫੋਨ ਆਇਆ ਸੀਗਾ, ਜਿਹੜੀ ਕਿ 7ਵੀਂ ਦੇ ਵਿੱਚ ਧਨਾਂਸੂ ਸਕੂਲ ਦੇ ਵਿੱਚ ਸਰਕਾਰੀ ਸਕੂਲ 'ਚ ਪੜ੍ਹਦੀ ਸੀ। ਉਸ ਬੱਚੀ ਦਾ ਫੋਨ ਆਂਦਾ ਤੇ ਸਾਨੂੰ ਦੱਸਿਆ ਜਾਂਦਾ ਕਿ ਸਾਡੇ ਨਾਲ ਸੈਕਸੁਅਲ ਹਰਾਸਮੈਂਟ ਕੀਤੀ ਜਾ ਰਹੀ ਹੈ। ਉਸ ਦੌਰਾਨ ਸੈਕਸੁਅਲ ਹਰਾਸਮੈਂਟ ਦੀ ਗੱਲ ਜਦੋਂ ਉਸ ਬੱਚੀ ਤੋਂ ਪੁੱਛੀ ਗਈ ਤਾਂ ਅਸੀਂ ਟੀਮ ਲੈ ਕੇ ਦੂਸਰੇ ਤੀਸਰੇ ਦਿਨ ਉਸ ਸਕੂਲ ਦੇ ਵਿੱਚ ਵਿਜ਼ਿਟ ਕੀਤੀ। ਜਦੋਂ ਵਿਜ਼ਿਟ ਕੀਤੀ ਤਾਂ ਬੱਚਿਆਂ ਨੇ ਸਾਨੂੰ ਵੀਡੀਓਗ੍ਰਾਫੀ ਅਸੀਂ ਕਰਵਾਈ ਸੀਗੀ, ਜਿਹੜੀ ਕਿ ਸਾਡੀ ਮੀਡੀਆ ਪਾਰਟਨਰ ਨਾਲ ਜਾ ਕੇ ਮੀਡੀਆ ਦੇ ਵਿੱਚ ਉਹ ਸਾਰੇ ਬਿਆਨ ਜਿਹੜੇ ਸੀਗੇ ਉਹ ਲਿਖੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਬੱਚੀਆਂ ਨੇ ਆਪਣੇ ਬਿਆਨ ਦਿੱਤੇ ਕਿ ਸਾਡੇ ਨਾਲ ਸੈਕਸੁਅਲ ਹਰਾਸਮੈਂਟ ਕੀਤੀ ਜਾਂਦੀ ਹੈ। ਕੇਸ਼ਰ ਸਿੰਘ ਜੀ ਦੇ, ਜਿਹੜੇ ਕਿ ਉੱਥੇ ਟੀਚਰ ਨੇ, ਉਸ ਟੀਚਰ ਦੇ ਦੌਰਾਨ ਜੋ ਸਾਡੇ ਕੋਲ ਆਇਆ ਸਾਹਮਣੇ, ਅਸੀਂ ਫਿਰ ਟੀਚਰਾਂ ਨੂੰ ਪੁੱਛਿਆ ਕਿ ਇੱਥੇ ਆਹ ਚੀਜ਼ ਹੋ ਰਹੀ ਹੈ, ਸਾਡੇ ਕੋਲ ਕੰਪਲੇਂਟ ਆਈ ਸੀਗੀ। ਤਾਂ ਉਹਨਾਂ ਨੇ ਵੀ ਸਾਨੂੰ ਬਿਆਨ ਦਿੱਤੇ ਕਿ ਅਸੀਂ ਇਹਨਾਂ ਨੂੰ 2 ਵਾਰੀ ਵਾਰਨ ਕਰ ਚੁੱਕੇ ਹਾਂ ਜੀ। ਇਹ ਬੱਚੀਆਂ ਨੇ ਸਾਨੂੰ ਦੱਸਿਆ ਸੀਗਾ। ਜਦੋਂ 6 ਮਹੀਨੇ ਸਾਨੂੰ ਪਤਾ ਲੱਗਾ ਕਿ ਬੱਚੀਆਂ ਨੇ 6 ਮਹੀਨੇ ਹੋ ਗਏ ਨੇ ਇਹ ਵਾਰਤਾਲਾਪ ਚੱਲਦੇ ਨੂੰ, ਤਾਂ ਸ਼ਾਇਦ ਸਾਡਾ ਜਿਹੜਾ ਬੱਚਾ ਆ, ਮਾਂ-ਬਾਪ ਅਸੀਂ ਤੇ ਸਾਡਾ ਵੀ ਖੂਨ ਖੋਲਦਾ ਕਿ ਸਾਡੇ ਬੱਚਿਆਂ ਨਾਲ 6 ਮਹੀਨੇ ਤੋਂ ਇੱਕ ਸੈਕਸੁਅਲ ਹਰਾਸਮੈਂਟ ਚੱਲਦੀ ਹੋਵੇ, ਤਾਂ ਸ਼ਾਇਦ ਅਸੀਂ ਕੀ ਵੇਟ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨਾਲ ਰੇਪ ਹੋਣਾ ਸ਼ੁਰੂ ਹੋਵੇ। ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਮੀਡੀਏਟਲੀ ਡੀਓ ਸਾਹਿਬ ਦੇ ਕੋਲ 17 ਦਸੰਬਰ ਨੂੰ ਫਿਜ਼ੀਕਲੀ ਪੇਸ਼ ਹੋਏ ਅਸੀਂ ਜਾ ਕੇ, ਔਰ ਵਿਦ ਮੀਡੀਆ ਜਿਹੜੀਆਂ ਸਾਡੀਆਂ ਰਿਕਾਰਡਿੰਗ ਸੀਗੀਆਂ, ਬੱਚਿਆਂ ਦੇ ਬਿਆਨ ਸੀਗੇ, ਉਹ ਸਾਰਾ ਕੁਝ ਉਹਨਾਂ ਨੂੰ ਦਿੱਤਾ ਗਿਆ, ਦਿਖਾਇਆ ਗਿਆ, ਪਰ ਉਹਨਾਂ ਵੱਲੋਂ ਕੋਈ ਵੀ ਸੂਟੇਬਲ ਜਵਾਬ ਨਹੀਂ ਆਇਆ। ਉਹ ਕਹਿੰਦੇ ਜੀ ਮੈਂ ਇਹਦੀ ਸ਼ਖਸ ਦੀ ਬਦਲੀ ਉੱਧਰ ਕਰ ਦਾਂਗਾ। ਮੈਂ ਕਿਹਾ ਸਰ, ਜੇ ਦੂਸਰੇ ਸਕੂਲ 'ਚ ਵੀ ਬਦਲੀ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਦੂਸਰੇ ਸਕੂਲ ਦੇ ਵਿੱਚ ਵੀ ਜੇ ਇਹੀ ਕੰਮ ਚੱਲਦਾ ਰਿਹਾ ਤਾਂ ਫਿਰ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਕਿਹਾ ਇਹਨਾਂ ਦੀ ਨੌਕਰੀ ਕਾਰਿਆਕਾਲ ਤੋਂ ਸਸਪੈਂਡ ਕੀਤਾ ਜਾਣਾ ਚਾਹੀਦਾ, ਔਰ ਤੁਸੀਂ ਇਹਨਾਂ ਦੀ ਅੱਗੇ ਪੜਤਾਲ ਕਰਨ ਵਾਸਤੇ ਪੜਤਾਲ ਲਗਾ ਦਿਓ ਇਮੀਡੀਏਟਲੀ। ਅਗਰ ਸਾਡੇ ਨਾਲ ਕੋਈ ਬੱਚਿਆਂ ਦਾ ਰਿਐਕਟ ਆਂਦਾ, ਉਹ ਵੀ ਸੈਕਸੁਅਲ ਹਰਾਸਮੈਂਟ ਦਾ ਆਂਦਾ, ਤੇ ਸਾਨੂੰ ਬਿਨਾਂ ਟਾਈਮ ਵੇਸਟ ਕੀਤੇ ਉਸ ਚੀਜ਼ ਦੇ ਉੱਤੇ ਪਹਿਲਾਂ ਸਸਪੈਂਸ਼ਨ ਜਾਰੀ ਕਰਨੀ ਪੈਂਦੀ ਹੈ ਤੇ ਫਿਰ ਉਹਨਾਂ ਦੀ ਇਨਕੁਆਇਰੀ ਲੱਗਦੀ ਹੈ। ਪਰ ਡੀਓ ਸਾਹਿਬ ਵੱਲੋਂ ਕੋਈ ਏਦਾਂ ਦੀ ਚੀਜ਼ ਮਿਲੀ ਨਹੀਂ ਸਾਨੂੰ। ਰਜਿੰਦਰ ਜੀ, ਬਟ ਗੱਲ ਐ ਨਹੀਂ, ਤੁਸੀਂ ਪਹਿਲਾਂ ਉਹਨਾਂ ਦੇ ਆਫਿਸ ਜਾਂਦੇ ਹੋ, ਹਾਰ ਪਾਣ ਲੱਗਦੇ ਹੋ, ਨਾਲ ਹੀ ਪਹਿਲਾਂ ਤਾਂ ਉਹ ਬੜਾ ਖੁਸ਼ ਵੀ ਹੋ ਜਾਂਦੇ ਨੇ, ਰੁਕਦੇ ਨੇ ਵੀ, ਇੱਕ ਵਾਰੀ ਤਾਂ ਰੁਕਦੇ ਮਨਾ ਕਰਦੇ ਆ, ਫਿਰ ਉਹਨਾਂ ਨੂੰ ਲੱਗਦਾ ਵੀ ਫੁੱਲਾਂ ਦਾ ਹਾਰ ਪੈਣ ਲੱਗਾ, ਨਾਲ ਹੀ ਇੱਕ ਹਾਰ ਤੁਸੀਂ ਜੁੱਤੀਆਂ ਦਾ ਹਾਰ ਪਾ ਦਿੰਦੇ ਹੋ। ਤਾਂ ਨਹੀਂ ਲੱਗਦਾ ਵੀ ਸਰਕਾਰੀ ਇੱਕ ਅਫਸਰ ਹੈ, ਵੀ ਸਰਕਾਰੀ ਕਹਿ ਸਕਦੇ ਆ ਵੀ ਇੱਕ ਨੌਕਰੀ ਕਰਦੇ ਨੇ, ਉੱਥੇ ਉਹਨਾਂ ਦੇ ਆਫਿਸ 'ਚ ਜਾ ਕੇ ਏਦਾਂ ਹਾਰ ਪਾਣੇ, ਉਹ ਵੀ ਜੁੱਤੀਆਂ ਦੇ ਹਾਰ ਪਾਣੇ, ਉਹਨਾਂ ਦੀ ਸੀਟ ਨਾਲ ਨਹੀਂ ਤੁਸੀਂ ਕਹਿ ਸਕਦੇ ਵੀ ਉਹਨਾਂ ਦੀ ਸੀਟ ਦੀ ਤੁਸੀਂ ਇੱਜ਼ਤ ਨਹੀਂ ਰੱਖੀ? ਸਰ, ਮੈਂ ਤੁਹਾਡੀ ਗੱਲ ਨਾਲ 1% ਵੀ ਐਗਰੀ ਨਹੀਂ ਹੈ। ਅੱਜ ਇੱਕ ਜੁੱਤੀਆਂ ਦੇ ਹਾਰ ਵਾਸਤੇ ਐਡਾ ਕਲੇਸ਼ ਖੜਾ ਹੋਇਆ, ਤੇ ਜੇ ਇਹ ਕਲੇਸ਼ ਨਾ ਖੜਾ ਹੁੰਦਾ ਤੇ ਜੇ ਅਸੀਂ ਉਸ ਚੀਜ਼ ਨੂੰ ਟਾਈਮਲੀ, ਉਸ ਚੀਜ਼ ਦੇ ਉੱਤੇ ਉਹ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹ ਬੱਚੀਆਂ ਦੇ ਲਈ ਅਸੀਂ ਕੰਮ ਕੀਤਾ ਹੁੰਦਾ ਇਮੀਡੀਏਟਲੀ, ਤੇ ਸ਼ਾਇਦ ਅੱਜ ਇਹ ਚੀਜ਼ ਆਉਂਦੀ ਨਾ। ਸਾਨੂੰ ਮਜਬੂਰਨ ਕਿਉਂ ਕਰਨਾ ਪਿਆ? 17 ਤਰੀਕ ਤੋਂ ਲੈ ਕੇ ਹੁਣ ਤੱਕ 30 ਤਰੀਕ ਤੱਕ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਬੱਚਿਆਂ ਦਾ। ਉਹਨਾਂ ਦਾ ਕੀ ਉਸ ਬੰਦੇ ਨੂੰ ਅਸੀਂ ਉੱਥੋਂ ਟ੍ਰਾਂਸਫਰ ਕਰ ਦਿੱਤਾ ਤੇ ਇਹ ਹੱਲ ਹੋ ਗਿਆ? ਸਾਡੇ ਡੀਓ ਸਾਹਿਬ ਨੂੰ ਵੀ ਚਾਹੀਦਾ ਸੀ ਨਾ ਕਿ ਆਪਣੀ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਨਿਭਾਉਣੀ ਚਾਹੀਦੀ ਸੀ। ਪਹਿਲਾਂ ਉੱਤੇ ਇਮੀਡੀਏਟਲੀ ਉਹਨਾਂ ਦੇ ਸੈਕਸੁਅਲ ਹਰਾਸਮੈਂਟ ਦੇ ਉੱਤੇ ਪਰਚਾ ਦਰਜ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਸੀਗਾ, ਉੱਤੇ ਜਿਹੜੇ ਉੱਥੇ ਟੀਚਰ ਕਰ ਰਿਹਾ ਸੀ। ਜੇ ਉਹ ਨਹੀਂ ਕਰਾਇਆ ਤਾਂ ਆਪਾਂ ਉਹਨਾਂ ਨੂੰ ਸਸਪੈਂਡ ਕਰ ਸਕਦੇ ਸੀ। ਸਰ, ਕੋਈ ਵੀ ਬੰਦਾ ਕੋਈ ਵੀ ਸਟੈਪ ਚੱਕਦਾ ਤੇ ਉਹ ਆਖ ਕੇ ਚੱਕਦਾ, ਏਦਾਂ ਨਹੀਂ ਚੱਕਿਆ ਜਾਂਦਾ। ਅਸੀਂ ਵੀ ਪੜ੍ਹੇ ਲਿਖੇ ਆ, ਸਾਨੂੰ ਵੀ ਪਤਾ ਡਿਪਟੀ ਡੀਓ ਸਾਹਿਬ ਸਾਡੇ ਮਾਣਯੋਗ ਸਤਿਕਾਰਯੋਗ ਸੀਗੇ, ਔਰ ਪਿਛਲੇ ਅੱਜ ਤੋਂ ਨਹੀਂ, ਅਸੀਂ 7-8 ਮਹੀਨਿਆਂ ਤੋਂ ਇਹਨਾਂ ਕੋਲ ਕੰਪਲੇਂਟਾਂ ਲੈ ਕੇ ਜਾ ਰਹੇ ਹਾਂ। ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰਾਈਵੇਟ ਸਕੂਲ ਦੀ
ਜਿਹੜੀ ਸਮੱਸਿਆ ਸਾਡੇ ਤੱਕ ਅੱਜ ਤੱਕ ਇਹਨਾਂ ਨੇ ਹੱਲ ਹੀ ਨਹੀਂ ਕੀਤੀ। ਸਾਨੂੰ ਵੀ ਤਸਵੀਰਾਂ ਯਾਦ ਨੇ ਜਦੋਂ ਤੁਸੀਂ ਡੀਸੀ ਦਫ਼ਤਰ ਦੇ ਬਾਹਰ ਵੀ ਬੈਠਦੇ ਹੋ, ਕਾਫੀ ਧਰਨੇ ਪ੍ਰਦਰਸ਼ਨ ਕੀਤੇ ਨੇ। ਬਿਲਕੁਲ ਹੈ ਸਰ, ਜੇ ਅਸੀਂ ਆਪ ਦੀ ਡਿਊਟੀ ਨੂੰ ਡਿਊਟੀ ਸਮਝ ਕੇ ਚੱਲੀਏ ਤਾਂ ਸ਼ਾਇਦ ਸਰ ਇੱਥੇ ਤੱਕ ਦੀ ਨੌਬਤ ਹੀ ਨਾ ਆਉਂਦੀ। ਅੱਜ ਅਸੀਂ ਅਫਸਰਸ਼ਾਹੀ ਲੱਭ ਲਈ ਆ, ਪਰ ਹੈ ਤਾਂ ਜਨਤਾ ਦੇ ਨੁਮਾਇੰਦੇ ਆ ਨਾ ਅਸੀਂ। ਜੇ ਜਨਤਾ ਦੀ ਅਸੀਂ ਕੇਅਰ ਹੀ ਨਹੀਂ ਕਰਨੀ ਤਾਂ ਸਰ ਫਿਰ ਜਨਤਾ ਜਾਊਗੀ ਕਿਹਦੇ ਕੋਲ ਹੋਰ? ਜੇ ਅਸੀਂ ਸੀਪੀ ਸਾਹਿਬ ਨੂੰ ਮੇਲ ਮਾਰਕ ਕੀਤੀ ਸੀ, ਜੇ ਅਸੀਂ ਡੀਸੀ ਸਾਹਿਬ ਨੂੰ ਮੇਲ ਮਾਰਕ ਕੀਤੀ ਆ, ਜੇ ਅਸੀਂ ਡੀਜੀਪੀ ਸਾਹਿਬ ਨੂੰ ਮੇਲ ਮਾਰਕ ਕੀਤੀ ਸੀ, ਡੀਪੀਆਈ ਨੂੰ ਮੇਲ ਮਾਰਕ ਕੀਤੀ ਸੀ, ਅਸੀਂ ਸਾਡੇ ਮਾਨਯੋਗ ਸਤਿਕਾਰਯੋਗ ਸੀਐਮ ਸਾਹਿਬ ਨੂੰ ਮੇਲ ਮਾਰਕ ਕੀਤੀ ਸੀ, ਤਾਂ ਕੰਮ ਸਾਡਾ ਮੇਲ ਮਾਰਕ ਜਿਹੜੀ ਹੋਈ ਹੈ ਉਹ ਅਜੇ ਜੋਏ ਜੀ ਨੇ ਇਸ ਚੀਜ਼ ਦੇ ਉੱਤੇ ਐਕਸ਼ਨ ਲਿੱਤਾ। ਜਦੋਂ ਸੀਐਮ ਸਾਹਿਬ ਤੋਂ ਰਾਹੁਲ ਤਿਵਾਰੀ ਜੀ ਨੇ ਮੇਲ ਪਾਈ ਹੈ ਕਿ ਇਸ ਦੇ ਉੱਤੇ ਵਾਚ ਆਊਟ ਕੀਤਾ ਜਾਣਾ ਚਾਹੀਦਾ। ਰਜਿੰਦਰ ਜੀ, ਉਸ ਤੋਂ ਬਾਅਦ ਕੀ ਸਿਨੈਰੀਓ ਰਿਹਾ? ਕਿਉਂਕਿ ਵੀਡੀਓ ਤਾਂ ਸਾਰਿਆਂ ਨੇ ਦੇਖੀ, ਤੁਸੀਂ ਹਾਰ ਪਾਇਆ, ਪਰ ਉਸ ਤੋਂ ਬਾਅਦ ਕੀ ਹੋਇਆ ਉਹ ਕਿਸੇ ਨੂੰ ਨਹੀਂ ਪਤਾ। ਉਸ ਤੋਂ ਬਾਅਦ ਹੁਣ ਕੀ ਤੁਹਾਡੇ ਤੇ ਕੋਈ ਦਬਾਅ ਪਾਇਆ ਗਿਆ ਜਾਂ ਕੁਝ ਹੋਰ ਕੀਤਾ ਗਿਆ? ਦੇਖੋ ਜੀ, ਮੇਰੇ ਤੇ ਮੈਂ ਤੁਹਾਨੂੰ ਸਿੱਧੀ ਗੱਲ ਕਹਾਂ, ਮੈਨੂੰ 5 ਨੰਬਰ ਥਾਣੇ ਤੋਂ ਡਿਵੀਜ਼ਨ ਤੋਂ ਫੋਨ ਆਇਆ ਸੀਗਾ ਕਿ ਇੱਕ ਕੰਪਲੇਂਟ ਦਿੱਤੀ ਗਈ ਹੈ ਜੀ। ਚਲੋ ਕੰਪਲੇਂਟ ਦੇਤੀ ਉਹਨਾਂ ਨੇ, ਬਹੁਤ ਅੱਛੀ ਗੱਲ ਹੈ ਜੀ, ਉਹਨਾਂ ਦਾ ਜੋ ਬਣਦਾ ਸੀ ਉਹਨਾਂ ਨੇ ਕੀਤਾ। ਪਰ ਗੱਲ ਇਹ ਹੈ ਕਿ ਇਸ ਚੀਜ਼ ਦੇ ਪਿੱਛੇ ਜਿਹੜੀ ਸੱਚਾਈ ਹੈ ਉਹ ਲੁਕ ਨਹੀਂ ਸਕਦੀ, ਕਿਉਂਕਿ ਜੇ ਅਸੀਂ ਉਸ ਚੀਜ਼ ਦੇ ਉੱਤੇ ਕੰਮ ਕੀਤਾ ਹੁੰਦਾ, ਮੇਰੀ ਬਾਰ-ਬਾਰ ਇਹੀ ਹੈ ਕਿ ਇਹਨਾਂ ਦੇ ਹੱਥ ਦੇ ਵਿੱਚ ਉਸ ਬੰਦੇ ਨੂੰ ਤਾਰਨਾ ਔਰ ਇਹਨਾਂ ਦੇ ਹੱਥ ਦੇ ਵਿੱਚ ਹੀ ਉਸ ਬੰਦੇ ਨੂੰ ਇਸ ਚੀਜ਼ ਦੇ ਉੱਤੇ ਦੇਖਣਾ, ਘੂਰਨਾ, ਉਹ ਇਹਨਾਂ ਦੇ ਹੱਥ ਵਿੱਚ ਸੀ, ਤਾਂ ਕਿ ਕੋਈ ਵੀ ਟੀਚਰ ਜਾਂ ਕੋਈ ਵੀ ਹੋਰ ਸਾਡਾ ਇਸ ਘਟਨਾ ਨੂੰ ਕੋਈ ਅੰਜਾਮ ਨਾ ਦੇ ਸਕੇ। ਇੱਕ ਪਾਸੇ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਵਾਉਂਦੇ ਪਏ ਆ, ਦੂਜੇ ਪਾਸੇ ਅਸੀਂ ਬੇਟੀਆਂ ਨੂੰ ਸੇਫ ਨਹੀਂ ਕਰ ਰਹੇ। ਪਰ ਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲੇ ਗੱਲ ਪਹੁੰਚਦੀ ਆ ਤਾਂ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਤੇ ਸਰ ਮੈਨੂੰ ਇਹ ਦੱਸੋ, ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਕੰਪਲੇਂਟੈਂਟ ਆ, ਮੈਂ ਕੰਪਲੇਂਟ ਦਿੱਤੀ, ਮੇਰੀ ਕੰਪਲੇਂਟ ਤੇ ਕੰਮ ਨਹੀਂ ਕੀਤਾ ਗਿਆ, ਮੈਂ 4 ਵਾਰੀ ਪੁੱਛਣ ਗਿਆ, ਮੈਂ 10 ਵਾਰੀ ਫੋਨ ਲਾ ਕੇ ਪੁੱਛੇ ਆ, ਤੇ ਜੇ ਮੈਨੂੰ ਉਹਦੇ ਤੇ ਕੋਈ ਰਿਵਰਟ ਨਹੀਂ ਆਂਦਾ ਪਿਆ ਤੇ ਕੱਲ ਨੂੰ ਉਸ ਬੱਚੀਆਂ ਦੇ ਉੱਤੇ ਕੋਈ ਐਸੀ ਅਭੀ-ਨਵੀ ਹੋ ਜਾਂਦੀ ਤਾਂ ਫਿਰ ਸਰ ਅਸੀਂ ਇੱਥੇ ਕੈਂਡਲਾਂ ਲੈ ਕੇ ਘੁੰਮਣਾ ਸੀਗਾ ਕਿ ਬੱਚੀਆਂ ਨੂੰ ਜਸਟਿਸ ਦਿਓ। ਇਹ ਬਹੁਤ ਵੱਡਾ ਸਵਾਲ ਹੈ ਸਰ, ਇੱਕ ਜਿਸ ਚੀਜ਼ ਦੇ ਉੱਤੇ ਅਸੀਂ ਅੱਕ ਕੇ ਇਹ ਕੰਮ ਕੀਤਾ ਹੈ। ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਹਾਡਾ ਇਹ ਸਟੈਪ ਲੋਕਾਂ ਲਈ ਐਗਜ਼ਾਮਪਲ ਸੈੱਟ ਕਰ ਸਕਦਾ? ਐਗਜ਼ਾਮਪਲ ਗਲਤ ਵੀ ਜਾ ਸਕਦੀ ਹੈ, ਐਗਜ਼ਾਮਪਲ ਸਹੀ ਨਹੀਂ ਮੈਂ ਕਹਿ ਰਿਹਾ, ਵੀ ਐਗਜ਼ਾਮਪਲ ਲੋਕਾਂ ਲਈ ਗਲਤ ਜਾ ਸਕਦੀ ਹੈ ਵੀ ਹਾਂ ਤੁਹਾਡਾ ਕੋਈ ਕੰਮ ਨਹੀਂ ਚੱਲ ਰਿਹਾ, ਤੁਸੀਂ ਕੱਲ ਨੂੰ ਕਿਸੇ ਵੀ ਸਰਕਾਰੀ ਅਹੁਦੇਦਾਰ ਨੂੰ, ਇੱਥੇ ਤੱਕ ਕਿ ਕਿਸੇ ਵਿਅਕਤੀ ਦਾ ਜੇ ਕੇਸ ਚੱਲਦਾ ਹੋਵੇ, ਮਾਨਯੋਗ ਜੱਜ ਨਾਲ ਕੋਈ ਇਹੋ ਜਿਹੀ ਹਰਕਤ ਕੋਈ ਕਰਦੇ, ਕਿ ਤੁਸੀਂ ਉਸ ਨੂੰ ਸਹੀ ਸਮਝੋਗੇ? ਸਰ ਪਹਿਲੀ ਗੱਲ ਜੀ ਦੇਖੋ, ਸਰਕਾਰੀ ਡਿਪਾਰਟਮੈਂਟ ਇੱਕ ਉਹ ਚੀਜ਼ ਹੈ ਜਿੱਥੇ ਅਸੀਂ ਆਪਦੀਆਂ ਰੋਣੇ ਰੋ ਕੇ ਉਹਨਾਂ ਨੂੰ ਦੱਸਦੇ ਹਾਂ, ਜਾ ਕੇ ਜਿੱਥੇ ਸਾਨੂੰ ਉਮੀਦ ਹੁੰਦੀ ਹੈ ਕਿ ਪ੍ਰਸ਼ਾਸਨ ਸਾਡੀ ਸੇਫਟੀ ਵਾਸਤੇ ਬੈਠਾ ਹੈ, ਪਰ ਸਾਡੀ ਸੇਫਟੀ ਤਾਂ ਹੈ ਹੀ ਨਹੀਂ ਕਿਤੇ। ਸਰ ਮੈਨੂੰ ਦੱਸੋ, ਕੱਲ ਨੂੰ ਉਸ ਬੱਚੀ ਨਾਲ ਅਗਰ ਅੱਜ ਉਹ ਹੱਥ ਫੇਰਨ ਦੀ ਗੱਲ ਸਾਡੇ ਨਾਲ ਕਰ ਸਕਦੀ ਹੈ, ਜੇ ਕੱਲ ਨੂੰ ਉਸ ਬੱਚੀ ਨਾਲ ਕੋਈ ਐਸੀ ਅਭੀ-ਨਵੀ ਹੋਈ ਹੁੰਦੀ ਤਾਂ ਸਰ ਅਸੀਂ ਫਿਰ ਗੱਲ ਉਹੀ ਆਉਂਦੀ ਨਾ, ਫਿਰ ਮੋਮਬੱਤੀਆਂ ਜੋਗੇ ਰਹਿ ਗਏ ਸੀ ਤਾਂ ਅਸੀਂ। ਤੁਸੀਂ ਇਹ ਦੱਸੋ, ਜਸਟਿਸ ਦੀ ਮੰਗਦੇ ਰਹਿ ਗਏ ਫਿਰ ਤਾਂ। ਤੁਸੀਂ ਇਹ ਦੱਸੋ, ਤੁਸੀਂ ਕਿਹਾ ਵੀ ਕੇਸ ਤੁਸੀਂ ਲੈ ਕੇ ਗਏ ਉਹਨਾਂ ਕੋਲ, ਤਾਂ ਉਹਨਾਂ ਨੇ ਅੱਗੋਂ ਕਿਹੋ ਜਿਹਾ ਦਿਲਾਸਾ ਦਿੱਤਾ? ਕੀ ਉਹਨਾਂ ਨੇ ਕੋਈ ਦਿਲਾਸਾ? ਇਹੋ ਜਿਹਾ ਕੋਈ ਦਿਲਾਸਾ ਨਹੀਂ ਦਿੱਤਾ ਜੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਸਾਰੀਆਂ ਵੀਡੀਓ ਪਾ ਦਿਓ ਮੈਨੂੰ ਤੇ ਮੈਂ ਦੇਖਦਾ ਆ। ਅੱਛਾ, ਮੈਂ ਕਿਹਾ ਡੀਓ ਸਾਹਿਬ ਇਹਦੇ ਚ ਦੇਖਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ, ਤੁਹਾਡੇ ਕੋਲ ਤੁਸੀਂ ਐਵੀਡੈਂਸ ਲੈ ਕੇ ਹੀ ਕੰਮ ਕਰਨਾ ਨਾ। ਤੁਹਾਨੂੰ ਇਹ ਵੀਡੀਓ ਦਿੱਤੀਆਂ ਗਈਆਂ ਵਿਦਆਊਟ ਐਵੀਡੈਂਸ ਥੋੜੀ ਹੈ, ਇਹ ਸਾਰਾ ਕੁਝ ਤੁਹਾਨੂੰ ਬਣ ਕੇ ਮੀਡੀਆ ਦੇ ਥਰੂ ਆਇਆ। ਇਹ ਮੇਰਾ ਪਰਸਨਲ ਮੈਟਰ ਨਹੀਂ ਹੈ, ਮੀਡੀਆ ਵਾਲਿਆਂ ਨੇ ਉੱਥੇ ਬਿਆਨ ਲਏ ਆ, ਕਵਰੇਜ ਹੋਈ ਹੈ। ਇਹ ਇੱਕ ਬਹੁਤ ਵੱਡਾ ਐਵੀਡੈਂਸ ਸੀਗਾ ਉਸੇ ਵੇਲੇ। ਜਸਟਿਸ ਤਾਂ ਇਹੀ ਹੈ ਜਿੱਦਾਂ ਅੱਜ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਇਹ ਮੇਰੇ ਬਿਆਨ ਹੈ ਤੁਹਾਡੇ ਨਾਲ। ਇਹ ਬਿਆਨ ਜਸਟੀਫਾਈ ਉਦੋਂ ਹੁੰਦੇ ਆ ਜਦੋਂ ਤੁਸੀਂ ਸਾਨੂੰ ਅੱਗਿਓਂ ਰਿਪਰੈਜ਼ੈਂਟੇਸ਼ਨ ਦਿੰਦੇ ਹੋ। ਅੱਜ ਜੇ ਉਹ ਬਿਆਨ ਅਗਰ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ ਉਹ ਬਿਆਨ ਉੱਥੇ ਬੱਚਿਆਂ ਦੇ ਲਏ ਗਏ ਸੀ ਤਾਂ ਉਹ ਜਸਟੀਫਾਈ ਕੀਤੇ ਗਏ ਆ ਕਿ ਬੱਚਿਆਂ ਨੇ ਇਹ ਗੱਲਾਂ ਪੁੱਛੀਆਂ ਨੇ, ਦੱਸੀਆਂ ਨੇ, ਤੇ ਉਹਦੇ ਬਿਹਾਫ ਦੇ ਉੱਤੇ ਕੱਲ ਨੂੰ ਅਗਰ ਮੈਂ ਕਹਿੰਦਾ ਜੀ ਸਾਡੀ ਬੱਚੀ ਹੁੰਦੀ ਜਾਂ ਤੁਹਾਡੀ ਭੈਣ ਹੁੰਦੀ ਜਾਂ ਡੀਓ ਸਾਹਿਬ ਦੀ ਬੇਟੀ ਹੁੰਦੀ ਤਾਂ ਕੀ ਗੱਲ ਇੱਥੇ ਐਕਸ਼ਨ ਨਹੀਂ ਸੀ ਹੋਣਾ? ਫਿਰ ਸ਼ਾਇਦ ਐਕਸ਼ਨ ਬਹੁਤ ਜਲਦੀ ਹੋ ਜਾਂਦਾ, ਜੇ ਕਿਉਂਕਿ ਅੱਜ ਜੇ ਚੱਪਲਾਂ ਦਾ ਹਾਰ ਪੈ ਗਿਆ ਉਹਦਾ ਐਕਸ਼ਨ ਜਲਦੀ ਹੋ ਗਿਆ, ਤੇ ਸਰ ਫਿਰ ਜੇ ਬੱਚੀ ਉਹਨਾਂ ਦੀ ਹੁੰਦੀ ਤਾਂ ਸ਼ਾਇਦ ਐਕਸ਼ਨ ਵੀ ਇੰਨੀ ਜਲਦੀ ਹੁੰਦਾ।
ਤੇ ਸ਼ਾਇਦ ਸਾਨੂੰ 13 ਦਿਨ ਵੇਟ ਨਾ ਕਰਨੀ ਪੈਂਦੀ। ਜੇ 13 ਦਿਨ ਵੇਟ ਕੀਤੀ ਆ ਤੇ ਇਸ ਚੀਜ਼ ਦਾ ਖਮਿਆਜਾ ਜਿਹੜਾ ਆ ਉਹ ਅੱਜ ਸਾਡਾ ਰੋਸ਼ ਜਿਹੜਾ ਆ ਉਹ ਇਸੇ ਚੀਜ਼ ਦੇ ਉੱਤੇ ਗਿਆ। ਹੁਣ ਤੁਹਾਨੂੰ ਜਿਵੇਂ ਫੋਨ ਆਏ ਮਜਬੂਰਨ ਕਰਨਾ ਪਿਆ ਸਾਨੂੰ ਇਸ ਚੀਜ਼ ਦੇ ਉੱਤੇ। ਹੁਣ ਤੁਹਾਨੂੰ ਤੁਸੀਂ ਕਿਹਾ ਵੀ ਫੋਨ ਆਏ ਨੇ ਕਿ ਤੁਹਾਡੇ ਤੇ ਵੀ ਕੋਈ ਬਕਾਇਦਾ ਪਰਚਾ FIR ਜਾਂ ਕੁਝ ਦਰਜ ਹੋਇਆ? ਸਰ ਮੈਨੂੰ ਇਹਨਾਂ ਨੇ ਸਿਰਫ 5 ਨੰਬਰ ਤੋਂ ਕੰਪਲੇਂਟ ਆਈ ਸੀਗੀ ਜੀ। ਕਹਿੰਦੇ ਜੀ ਕੰਪਲੇਂਟ ਆਈ ਹੈ ਜੀ। ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਸਵੇਰੇ ਆ ਕੇ ਮਿਲ ਲਾਂਗੇ ਜੀ। ਕਿਉਂਕਿ ਤੁਹਾਡੇ ਵਰਗੇ ਭਰਾ ਸਾਡੇ ਮੀਡੀਆ ਪਾਰਟਨਰ ਜਿਹੜੇ ਸੀਗੇ ਸਾਡੇ ਕੋਲ ਆਫਿਸ ਵੀ ਪਹੁੰਚੇ ਆ, ਰਸਤਿਆਂ 'ਚ ਵੀ ਮਿਲੇ ਆ, ਜਿਨ੍ਹਾਂ ਨੂੰ ਜਿੱਥੇ ਜੋ ਲੱਗਿਆ ਉਹਨਾਂ ਨੇ ਪਤਾ ਕੀਤਾ ਵੀ ਮਾਮਲਾ ਕੀ ਸੀ। ਉਹ ਸਾਰੀ ਚੀਜ਼ ਅਸੀਂ ਤੁਹਾਡੇ ਸਾਰੇ ਜਿਵੇਂ ਹੁਣ ਤੁਹਾਡੇ ਨਾਲ ਸ਼ੇਅਰ ਕੀਤੀ ਉਦਾਂ ਹੀ ਉਹਨਾਂ ਨਾਲ ਸ਼ੇਅਰ ਕੀਤੀ। ਹੁਣ ਤੁਸੀਂ ਇਸ ਟਾਈਮ ਦੇਖ ਲਓ ਜੀ ਤਕਰੀਬਨ 9 ਵੱਜਣ ਵਾਲੇ ਆ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਸਾਰੇ ਮੀਡੀਆ ਪਾਰਟਨਰ ਨੂੰ ਜੋ ਸੱਚਾਈ ਆ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਦੇਖੋ ਅਗਰ ਲੱਗਦਾ ਕਿ ਉਸ ਬੱਚੀਆਂ ਨੂੰ ਜਸਟਿਸ ਨਾ ਦਵਾ ਕੇ ਰਜਿੰਦਰ ਘਈ ਨੇ ਜੇ ਜੁੱਤੀਆਂ ਦਾ ਹਾਰ ਪਾਇਆ ਤਾਂ ਸਰ ਜਿਹੜੀ ਸਜ਼ਾ ਬਣਦੀ ਦੇ ਦਿਓ, ਮੈਨੂੰ ਕੋਈ ਇਸ਼ੂ ਨਹੀਂ ਹੈ। ਪਰ ਗੱਲ ਇਹ ਹੈ ਕਿ ਜੇ ਅਸੀਂ ਮੋਮਬੱਤੀਆਂ ਜਗਾਣੀਆਂ ਆ ਤੇ ਸਰ ਕੱਲ ਨੂੰ ਸਾਡੇ ਵਰਗਾ ਬੰਦਾ ਵੀ ਜਿਹੜੇ ਅਸੀਂ ਸਮਾਜ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਜੋ ਅਸੀਂ ਰੋਕਣਾ ਚਾਹੁੰਦੇ ਆ, ਜਿਹੜਾ ਸਾਨੂੰ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਕਿਤੇ ਕ੍ਰਾਈਮ ਹੁੰਦਾ ਤਾਂ ਸਾਨੂੰ ਦੱਸੋ, ਇਹਦਾ ਮਤਲਬ ਫਿਰ ਅਸੀਂ ਦੱਸਣਾ ਬੰਦ ਹੀ ਕਰ ਦਈਏ ਸਾਰਾ ਕੁਝ। ਤੇ ਜਿੱਥੇ ਜੋ ਹੁੰਦਾ ਹੋ ਹੀ ਜਾਣ ਦੋ। ਇਹ ਤਾਂ ਸਾਡਾ ਦੇਸ਼ ਜਿਹੜਾ ਸਾਡਾ ਸਿਸਟਮ ਹੈ ਉਹ ਖਰਾਬ ਹੋ ਹੀ ਰਿਹਾ। ਅੱਜ ਲੋੜ ਹੈ ਸਰ ਉਸ ਚੀਜ਼ ਦੇ ਉੱਤੇ ਸਾਨੂੰ ਖੜਨ ਦੀ। ਜੇ ਉਹ ਬੱਚੀਆਂ ਦੀ ਜਗ੍ਹਾ ਤੇ ਸਾਡਾ ਮਾਂ ਬਾਪ ਸਾਡੀ ਭੈਣ ਭਰਾ ਹੁੰਦੀ ਜਾਂ ਸਾਡੀ ਬੇਟੀ ਹੁੰਦੀ ਤਾਂ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਆਪਾਂ ਇਹੋ ਜਿਹੇ ਸਵਾਲ ਵੀ ਪੁੱਛਦੇ ਤੇ ਸ਼ਾਇਦ ਲੱਗਦਾ ਵੀ ਸਰਕਾਰੀ ਡਿਪਾਰਟਮੈਂਟ ਨੂੰ ਜੇ ਅੱਜ ਆਹ ਚੀਜ਼ ਦਿੱਤੀ ਗਈ ਆ ਤਾਂ ਸ਼ਾਇਦ ਉਹ ਸ਼ੱਕ ਦੇ ਘੇਰੇ 'ਚ ਹੁੰਦੀ। ਤੇ ਬੱਚੀਆਂ ਜ਼ਰੂਰ ਅਸੀਂ ਉਹਨਾਂ ਦਾ ਨਾਮ ਨਹੀਂ ਪੁੱਛਣਾ ਚਾਹਾਂਗੇ, ਜ਼ਰੂਰ ਥੋੜਾ ਜਿਹਾ ਅਸੀਂ ਵੀ ਪਰਹੇਜ਼ ਕਰਨਾ ਚਾਹਾਂਗੇ ਵੀ ਉਹ ਬਾਹਰ ਨਾ ਆਣ, ਪਰ ਉਹ ਥੋੜਾ ਜਿਹਾ ਦੱਸ ਸਕਦੇ ਹੋ ਵੀ ਕਿੱਥੇ ਦੀ ਲੋਕੇਸ਼ਨ ਦੀਆਂ ਸੀਗੀਆਂ ਬੱਚੀਆਂ? ਸਰ ਉਹ ਧਨਾਂਸੂ ਸਕੂਲ ਹੈ ਜੀ। ਧਨਾਂਸੂ ਸਕੂਲ ਹੈ, ਸਰਕਾਰੀ ਸਕੂਲ ਹੈ। 7ਵੀਂ ਕਲਾਸ ਦੀਆਂ ਬੱਚੀਆਂ ਸੀਗੀਆਂ। 7ਵੀਂ ਤੋਂ ਲੈ ਕੇ ਅਸੀਂ 12ਵੀਂ ਤੱਕ ਪਤਾ ਕਰ ਲਿਆ। ਉਹਦੇ ਵਿੱਚ ਸਾਨੂੰ ਬੱਚੀਆਂ ਨੇ ਬਿਆਨ ਦਿੱਤੇ ਆ ਕਿ ਜੇ ਅਸੀਂ ਹੱਥਾਂ ਤੇ ਮਹਿੰਦੀ ਲਾ ਕੇ ਆਨੇ ਆ ਤੇ ਸਰ ਸਾਡੇ ਹੱਥ ਫੜ ਕੇ ਮਸਲਦੇ ਨੇ। ਠੀਕ ਹੈ ਜੀ, ਇਹ ਬੱਚੀਆਂ ਨੇ ਬਿਆਨ ਦਿੱਤੇ ਆ ਤਾਂ ਤੁਹਾਡੇ ਨਾਲ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਮੇਰਾ ਆਪਣਾ ਕੋਈ ਬਿਆਨ ਨਹੀਂ ਇਹਦੇ ਵਿੱਚ। ਬੱਚਿਆਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਝੁਕਾ ਕੇ ਝੁਕਣ ਵਾਲੀਆਂ ਐਕਸਰਸਾਈਜ਼ਾਂ ਕਰਾਈਆਂ ਜਾਂਦੀਆਂ ਨੇ ਔਰ ਸਰ ਦਾ ਧਿਆਨ ਸਾਡੇ ਤੇ ਹੁੰਦਾ, ਜੇ ਅਸੀਂ ਨਹੀਂ ਕਰਦੇ ਤਾਂ ਸਾਨੂੰ ਬੋਲਿਆ ਜਾਂਦਾ। ਇਹ ਬੱਚੀਆਂ ਨੇ ਬੋਲਿਆ, ਮੈਂ ਨਹੀਂ ਬੋਲਿਆ। ਕਿ ਤੁਸੀਂ ਦੇਖੋ ਕਿਸ ਹੱਦ ਤੱਕ ਬੱਚੀਆਂ ਨਾਲ ਕੁਝ ਹੋ ਰਿਹਾ। ਜੇ ਉੱਥੇ ਸੈਕਸ਼ੂਅਲ ਹਰਾਸਮੈਂਟ ਹੋ ਰਹੀ ਹੈ ਤੇ ਬੱਚਿਆਂ ਨੇ ਤਾਂ ਹੀ ਦੱਸਿਆ ਨਾ ਸਰ। ਜੇ ਉਹ ਫੀਲ ਕਰ ਰਹੇ ਆ ਸਾਰਾ ਕੁਝ ਵੀ ਸਾਡੇ ਨਾਲ ਹੋ ਰਿਹਾ ਤਾਂ ਹੀ ਸਭ ਕੁਝ ਹੋ ਰਿਹਾ ਨਾ ਸਰ। ਤੇ ਜਾਂ ਫਿਰ ਸਾਨੂੰ ਇਹ ਦੱਸ ਦੇਣ, ਸਾਨੂੰ ਪ੍ਰਸ਼ਾਸਨ ਦੱਸ ਦੇਵੇ, ਅਸੀਂ ਸਵੇਰੇ ਮਾਫੀ ਮੰਗ ਲੈਂਦੇ ਹਾਂ ਜੀ। ਪ੍ਰਸ਼ਾਸਨ ਸਾਨੂੰ ਦੱਸ ਦੇਵੇ ਵੀ ਗਾਂ ਵਾਸਤੇ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਜਾਂ ਕੋਈ ਗੱਲ ਹੁੰਦੀ ਆ ਤੇ ਰਜਿੰਦਰ ਘਈ ਜੀ ਤੁਸੀਂ ਨਹੀਂ ਵਿੱਚ ਬੋਲਣਾ ਜੀ। ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਜੀ। ਫਿਰ ਅਸੀਂ ਚੁੱਪ ਕਰਕੇ ਰਹਿ ਲਾਂਗੇ ਜੀ। ਜਿੱਥੇ ਜੋ ਹੁੰਦਾ ਦੇਖ ਕੇ ਚੁੱਪ ਕਰ ਜਿਆ ਕਰਾਂਗੇ ਜੀ। ਜੇ ਸਮਾਜ ਦੇ ਵਿੱਚ ਅਸੀਂ ਲੋਕ ਜੇ ਜੋ ਗਲਤ ਹੋ ਰਿਹਾ ਜੇ ਅਸੀਂ ਉਹ ਵੀ ਨਹੀਂ ਦੱਸ ਸਕਦੇ ਤਾਂ ਸਰ ਫਿਰ ਅਸੀਂ ਇਦੋਂ ਵੱਡੀਆਂ ਗੁਲਾਮੀਆਂ ਜੰਜੀਰਾਂ ਹੋਰ ਨਹੀਂ ਪਾ ਸਕਦੇ। ਚਲੋ ਅਸੀਂ ਇਹੀ ਕਵਾਂਗੇ ਵੀ ਤੁਸੀਂ ਆਪਣੀ ਆਵਾਜ਼ ਹਮੇਸ਼ਾ ਚੱਕਦੇ ਰਹੋ ਵੀ। ਪਰ ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਜੀ ਸਰ। ਤੇ ਜਿਵੇਂ ਕਿ ਅਸੀਂ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਹੈ, ਹੁਣ ਤੁਸੀਂ ਆਪ ਹੀ ਸਾਡੇ ਵਿਊਅਰਸ ਨੂੰ ਇਹੀ ਕਹਿਣਾ ਚਾਹਾਂਗਾ, ਹੁਣ ਤੁਸੀਂ ਆਪ ਸਮਝਦਾਰ ਹੋ, ਆਪ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਬਿਲਕੁਲ ਕੀ ਗੱਲ ਹੈ ਕੀ ਨਹੀਂ ਗੱਲ ਹੈ। ਜਦ ਤੱਕ ਮੇਰੀਆਂ ਬੱਚੀਆਂ ਨੂੰ ਜਸਟਿਸ ਨਹੀਂ ਮਿਲਦਾ ਮੈਂ ਬੋਲਦਾ ਰਵਾਂਗਾ, ਬੋਲਦਾ ਰਵਾਂਗਾ। ਕੋਈ ਨਾ ਰਜਿੰਦਰ ਜੀ, ਅਸੀਂ ਵੀ ਸੱਚ ਦੇ ਨਾਲ ਖੜੇ ਆ। ਜੋ ਸੱਚ ਹੋਏਗਾ ਅਸੀਂ ਵੀ ਪੂਰੀ ਤਰ੍ਹਾਂ ਤਹਿਕੀਕਾਤ ਕਰਾਂਗੇ, ਉਹਦੀ ਸਾਰੇ ਪਾਸੇ ਵਰਜ਼ਨ ਜ਼ਰੂਰ ਲਵਾਂਗੇ ਅਸੀਂ ਵੀ। ਬਿਲਕੁਲ ਸਰ, ਵੀ ਪਤਾ ਕਰਾਂਗੇ ਕੀ ਸੱਚ ਹੈ ਕੀ ਨਹੀਂ ਸੱਚ ਹੈ, ਲੋਕਾਂ ਦੇ ਸਾਹਮਣੇ ਲਿਆਵਾਂਗੇ। ਜੇ ਕਿਸੇ ਦੀ ਵੀ ਗਲਤੀ ਹੈ, ਜੇ ਅੱਜ ਤੁਹਾਨੂੰ ਫੋਨ ਕਾਲ ਤੇ ਵੀ ਕਹਿ ਰਹੇ ਆ ਜੇ ਸਾਹਮਣੇ ਵਾਲੇ ਦੀ ਗਲਤੀ ਲੱਗਦੀ ਹੈ ਤਾਂ ਉਹਨਾਂ ਦੀ ਵੀ ਗਲਤੀ ਦਿਖਾਵਾਂਗੇ। ਜੇ ਤੁਹਾਡੀ ਹੁੰਦੀ ਹੈ ਤਾਂ ਤੁਹਾਡੀ ਵੀ ਦਿਖਾਵਾਂਗੇ। ਜੇ ਕਿਸੇ ਹੋਰ ਦੀ ਗਲਤੀ ਨਿਕਲਦੀ ਹੈ ਤਾਂ ਜ਼ਰੂਰ ਅਸੀਂ ਨਾਲੋਂ ਨਾਲ ਦਿਖਾਵਾਂਗੇ। ਜਦੋਂ ਜੇ ਲੱਗਦਾ ਤੁਹਾਨੂੰ ਅਸੀਂ ਗਲਤ ਕੀਤਾ ਬੱਚੀਆਂ ਵਾਸਤੇ ਤਾਂ ਮੈਂ ਮਾਫੀ ਮੰਗਣ ਲਈ ਪਹਿਲਾਂ ਤਿਆਰ। ਨਹੀਂ, ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਗਲਤ ਕੀਤਾ ਜਾਂ ਸਹੀ ਕੀਤਾ, ਪਰ ਸਾਡੀ ਬੱਚੀਆਂ ਨੂੰ ਮੇਰੀ ਮਾਫੀ ਮੰਗਣ ਨਾਲ ਮੇਰੇ ਬੱਚਿਆਂ ਨੂੰ ਜਸਟਿਸ ਮਿਲ ਜਾਏਗਾ। ਕਿਉਂ ਕੀਤਾ ਗਿਆ ਉਹ ਇਸੇ ਲਈ ਕੀਤਾ ਗਿਆ ਨਾ, ਉਹਨਾਂ ਵਾਸਤੇ ਕੀਤਾ ਗਿਆ। ਮੇਰਾ ਆਪਣਾ ਪਰਸਨਲ ਅਸੀਂ ਇਹੀ ਕਹਿੰਦੇ ਆ ਵੀ
ਜੇ ਤੁਸੀਂ ਜੋ ਕਹਿ ਰਹੇ ਹੋ ਹੋਇਆ ਤਾਂ ਬਹੁਤ ਗਲਤ ਹੋਇਆ ਵੀ ਜੀ। ਜੇ ਬੱਚੀਆਂ ਸਕੂਲ 'ਚ ਹੀ ਨਹੀਂ ਸੇਫ ਤਾਂ ਉਹ ਕਿੱਥੇ ਸੇਫ ਰਹਿਣਗੀਆਂ ਮੈਂ ਉਹੀ ਕਿਉਂਕਿ ਕਹਿ ਰਿਹਾ ਮਾਪਿਓ ਸਕੂਲ 'ਚ ਭੇਜਦੇ ਨੇ ਵੀ ਬਿਲਕੁਲ। ਬੱਚੇ ਉੱਥੇ ਕੁਝ ਸਿੱਖਣਗੇ ਅਸੀਂ 8-8 ਘੰਟੇ ਤੇ ਛੱਡ ਕੇ ਆਉਂਦੇ ਹਾਂ ਬੱਚਿਆਂ ਨੂੰ ਉੱਥੇ, ਹੂੰ ਫਿਰ ਤਾਂ ਕੁਝ ਵੀ ਨਹੀਂ ਰਿਹਾ ਸਰ। ਸਾਡਾ ਬੱਚਾ ਕਿੱਥੇ ਸੇਫ ਹੈ? ਹੂੰ ਕੋਈ ਚੀਜ਼ ਸੇਫ ਹੀ ਨਹੀਂ ਹੈਗੀ ਸਾਡੀ ਫਿਰ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ। ਫੋਨ ਚੱਕੋ, ਕਾਲ ਕਰੋ 90419 90419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।